हाँ जी प्यारे विद्यार्थियों, ਅੱਜ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ 10th ਕਲਾਸ ਦੇ ਰਿਟੇਲ ਸਬਜੈਕਟ ਦੀ ਯੂਨਿਟ ਨੰਬਰ ਪਹਿਲਾ, ਉਸ ਦਾ ਸੈਸ਼ਨ ਨੰਬਰ ਪਹਿਲੇ ਬਾਰੇ ਅੱਜ ਪੜਾਂਗੇ। ਸੈਸ਼ਨ ਪਹਿਲੇ ਦਾ ਨਾਮ ਹੈ ਪ੍ਰਚੂਨ ਗਤੀਵਿਧੀਆਂ ਦੇ ਬੁਨਿਆਦੀ ਤੱਤ। ਤੁਸੀਂ ਕਦੇ ਆਪਣੀ ਜ਼ਿੰਦਗੀ ਵਿੱਚ ਆਪਣੇ ਮਾਪਿਆਂ ਜਾਂ ਬਜ਼ੁਰਗਾਂ ਨਾਲ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਹੋਰ ਵਸਤੂਆਂ ਦੀ ਖਰੀਦਦਾਰੀ ਕਰਨ ਲਈ ਆਪਣੇ ਨਜ਼ਦੀਕੀ ਬਾਜ਼ਾਰ ਵਿੱਚ ਕਿਸੇ ਪ੍ਰਚੂਨ ਦੁਕਾਨ ਵਿੱਚ ਗਏ ਹੋਵੋਗੇ। ਵਸਤੂਆਂ ਖਰੀਦਣ ਦੀ ਇਹ ਕਿਰਿਆ, ਜਿਸ ਨੂੰ ਖਰੀਦਦਾਰੀ ਕਿਹਾ ਜਾਂਦਾ ਹੈ, ਅਕਸਰ ਦੋ ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਕਿਸਮ ਉਹ ਹੈ ਜਿਸ ਵਿੱਚ ਬੁਨਿਆਦੀ ਵਰਤੋਂ ਦਾ ਸਮਾਨ ਜਿਵੇਂ ਕਿ ਭੋਜਨ, ਕੱਪੜੇ, ਕਰਿਆਨਾ ਆਦਿ ਖਰੀਦਿਆ ਜਾਂਦਾ ਹੈ। ਦੂਸਰੀ ਉਹ ਹੈ ਜਿਸ ਵਿੱਚ ਖਰੀਦਦਾਰੀ ਮਨੋਰੰਜਨ ਵਾਸਤੇ ਜਾਂ ਬਿਨਾਂ ਕਿਸੇ ਖਾਸ ਲੋੜ ਤੋਂ ਕੀਤੀ ਜਾਂਦੀ ਹੈ। ਅਸੀਂ ਅਕਸਰ ਬਾਜ਼ਾਰਾਂ ਵਿੱਚ ਪ੍ਰਦਰਸ਼ਿਤ ਵਸਤੂ ਨੂੰ ਵੇਖਣ ਲਈ ਹੀ ਜਾਂਦੇ ਹਾਂ, ਜਾਂ ਐਵੇਂ ਕਹਿ ਲਈਏ ਕਿ ਇਹਨਾਂ ਵਸਤੂਆਂ ਨੂੰ ਵੇਖਣ ਦੇ ਹੱਕ ਦਾ ਅਸੀਂ ਪੂਰਾ ਪ੍ਰਯੋਗ ਕਰਦੇ ਹਾਂ, ਭਾਵੇਂ ਕੋਈ ਖਰੀਦ ਕਰੀਏ ਜਾਂ ਨਾ ਕਰੀਏ। ਖਰੀਦਦਾਰੀ ਸਾਰਿਆਂ ਲਈ ਹੀ ਬੇਹੱਦ ਮਹੱਤਵਪੂਰਨ ਹੈ, ਕਿਉਂਕਿ ਪ੍ਰਚੂਨ ਵਿਕਰੇਤਾ ਤੋਂ ਬਗੈਰ ਸਾਡੀ ਰੋਜ਼ਾਨਾ ਲੋੜ ਦੀਆਂ ਵਸਤੂਆਂ ਸਾਡੇ ਤੱਕ ਪਹੁੰਚ ਹੀ ਨਹੀਂ ਸਕਦੀਆਂ। ਜੇਕਰ ਸਾਨੂੰ ਆਪਣੀ ਪਸੰਦ ਦਾ ਸਮਾਨ ਖਰੀਦਣ ਦੀ ਇੰਨੀ ਸੁਵਿਧਾ ਉਪਲਬਧ ਨਾ ਹੋਵੇ ਤਾਂ ਸਾਡੀ ਜ਼ਿੰਦਗੀ ਅਜੋਕੇ ਨਾਲੋਂ ਬਹੁਤ ਵੱਖਰੀ ਹੋਵੇਗੀ। ਪ੍ਰਚੂਨਕਾਰੀ ਵੰਡ ਪ੍ਰਣਾਲੀ ਦਾ ਇੱਕ ਅਹਿਮ ਕਾਰਜ ਅਤੇ ਹਿੱਸਾ ਹੈ, ਜਿੱਥੇ ਇੱਕ ਸੰਸਥਾ ਦੂਜੀ ਸੰਸਥਾ ਤੋਂ ਜਾਂ ਉਤਪਾਦਕ ਕੋਲੋਂ ਵਸਤੂਆਂ ਖਰੀਦ ਕੇ ਜਾਂ ਖੁਦ ਉਤਪਾਦਨ ਕਰਕੇ ਖਪਤਕਾਰਾਂ ਨੂੰ ਸਿੱਧੇ ਤੌਰ ਤੇ ਵੇਚਦੀ ਹੈ। ਇਸ ਲਈ ਪ੍ਰਚੂਨਕਾਰ ਮੁੱਖ ਤੌਰ ਤੇ ਪੁਨਰ ਵੇਚਕਾਰ ਹੈ, ਕਿਉਂਕਿ ਉਹ ਇੱਕ ਪਾਸਿਓਂ ਵਸਤੂਆਂ ਖਰੀਦਦਾ ਹੈ, ਦੂਜੇ ਪਾਸੇ ਖਪਤਕਾਰਾਂ ਨੂੰ ਵੇਚਦਾ ਹੈ। ਇਸ ਇਕਾਈ ਵਿੱਚ ਅਸੀਂ ਸਿੱਖਾਂਗੇ ਕਿ ਪ੍ਰਚੂਨਕਾਰੀ ਕੀ ਹੈ ਅਤੇ ਇਸ ਦਾ ਅਸੀਂ ਪੇਸ਼ਾ ਕਿਵੇਂ ਬਣਾ ਸਕਦੇ ਹਾਂ। ਪ੍ਰਚੂਨ ਜਾਂ ਰਿਟੇਲ ਸ਼ਬਦ ਫਰਾਂਸੀਸੀ ਭਾਸ਼ਾ ਦੇ ਸ਼ਬਦ ਟੇਲਰ, ਅਜੋਕੀ ਫਰਾਂਸੀਸੀ ਭਾਸ਼ਾ ਵਿੱਚ ਰੀਟੇਲਰ ਤੋਂ ਬਣਿਆ ਹੈ, ਜਿਸ ਦਾ ਅਰਥ ਮੁੱਖ ਤੌਰ ਤੇ ਕੱਪੜੇ ਨੂੰ ਕੱਟਣਾ, ਵੱਢਣਾ ਅਤੇ ਵੰਡਣਾ ਆਦਿ ਹੈ। ਇਸ ਲਈ ਪ੍ਰਚੂਨਕਾਰੀ ਦਾ ਅਰਥ ਹੈ ਵਸਤੂਆਂ ਅਤੇ ਸੇਵਾਵਾਂ ਨੂੰ ਵਿਅਕਤੀਆਂ ਜਾਂ ਕਾਰੋਬਾਰਾਂ ਤੋਂ ਲੈ ਕੇ ਅੰਤਿਮ ਖਪਤਕਾਰਾਂ ਵਿੱਚ ਵੰਡਣਾ। ਅਕਸਰ ਇਸ ਦਾ ਵਰਗੀਕਰਨ ਵਸਤੂਆਂ ਦੇ ਆਧਾਰ ਤੇ ਕੀਤਾ ਜਾਂਦਾ ਹੈ, ਜਿਵੇਂ ਕਿ ਪਹਿਲੇ ਨੰਬਰ ਤੇ ਆ ਜਾਂਦਾ ਹੈ ਭੋਜਨ ਅਤੇ ਖਾਣ ਪੀਣ ਵਾਲੀਆਂ ਵਸਤੂਆਂ। ਦੂਸਰੀ ਕਿਸਮ 'ਚ ਆ ਜਾਂਦਾ ਹੈ ਹੰਢਣਸਾਰ ਅਤੇ ਕਠੋਰ ਵਸਤੂਆਂ, ਜਿਵੇਂ ਯੰਤਰ, ਔਜ਼ਾਰ, ਬਿਜਲਈ ਉਪਕਰਨ, ਲੱਕੜੀ ਦਾ ਸਮਾਨ, ਖੇਡਣ ਦਾ ਸਮਾਨ ਆਦਿ ਵਰਗੀਆਂ ਚੀਜ਼ਾਂ, ਜਿਹੜੀਆਂ ਕਿ ਜਲਦੀ ਨਹੀਂ ਹੰਢਦੀਆਂ ਅਤੇ ਕਾਫੀ ਲੰਬੇ ਸਮੇਂ ਤੱਕ ਵਰਤੋਂ ਵਿੱਚ ਰਹਿੰਦੀਆਂ ਹਨ। ਤੀਸਰੀ ਕਿਸਮ ਖਪਤਕਾਰੀ ਜਾਂ ਨਰਮ ਵਸਤੂਆਂ, ਜਿਵੇਂ ਕੱਪੜੇ, ਲਿਬਾਸ ਆਦਿ, ਜਿਹੜੀਆਂ ਕਿ ਮਿੱਥੇ ਸਮੇਂ ਲਈ ਵਰਤੋਂਯੋਗ ਹੁੰਦੀਆਂ ਹਨ। ਅਕਸਰ ਇਹਨਾਂ ਵਸਤੂਆਂ ਲਈ 3 ਸਾਲ ਦੀ ਵਰਤੋਂ ਦਾ ਸਮਾਂ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਪੜਾਂਗੇ ਪ੍ਰਚੂਨਕਾਰੀ ਦਾ ਕੀ ਮਹੱਤਵ ਹੈ। ਪ੍ਰਚੂਨਕਾਰੀ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਹਿਮ ਅਤੇ ਅਟੁੱਟ ਹਿੱਸਾ ਬਣ ਚੁੱਕਾ ਹੈ। ਇਸ ਦੀ ਹੋਂਦ ਜ਼ਰੂਰੀ ਬਣ ਗਈ ਹੈ। ਜਿਹੜੇ ਦੇਸ਼ਾਂ ਨੇ ਸਭ ਤੋਂ ਵੱਧ ਆਰਥਿਕ ਅਤੇ ਸਮਾਜਿਕ ਤਰੱਕੀ ਕੀਤੀ ਹੈ, ਉਹਨਾਂ ਸਾਰਿਆਂ ਵਿੱਚ ਪ੍ਰਚੂਨ ਖੇਤਰ ਬੇਹੱਦ ਮਜ਼ਬੂਤ ਹੈ। ਇੱਥੇ ਇਹ ਪ੍ਰਸ਼ਨ ਉਪਜਦਾ ਹੈ ਕਿ ਕਾਰੋਬਾਰ ਕਰਨ ਲਈ ਪ੍ਰਚੂਨਕਾਰੀ ਦਾ ਤਰੀਕਾ ਬੇਹੱਦ ਪ੍ਰਚਲਿਤ ਕਿਵੇਂ ਹੋ ਗਿਆ ਹੈ। ਉੱਤਰ ਇਹ ਹੈ ਕਿ ਪ੍ਰਚੂਨ ਖੇਤਰ ਬੇਹੱਦ ਉਤੇਜਨਾ ਭਰਪੂਰ ਅਤੇ ਚਹਿਲ ਪਹਿਲ ਵਾਲਾ ਹੈ ਅਤੇ ਇਹ ਸਾਰੀਆਂ ਧਿਰਾਂ ਨੂੰ ਫਾਇਦਾ
ਪਹੁੰਚਾਉਂਦਾ ਹੈ, ਜਿਵੇਂ ਕਿ ਵੇਚਣ ਵਾਲਾ ਵਧੇਰੇ ਮੁਨਾਫੇ ਕਮਾ ਸਕਦਾ ਹੈ, ਭਿੰਨ-ਭਿੰਨ ਵਸਤੂਆਂ ਆਸਾਨੀ ਨਾਲ ਉਪਲਬਧ ਹੋ ਜਾਂਦੀਆਂ ਹਨ, ਗਾਹਕ ਨੂੰ ਚੋਣ ਕਰਨ ਦੀ ਆਜ਼ਾਦੀ ਮਿਲ ਜਾਂਦੀ ਹੈ ਅਤੇ ਉਹ ਉੱਚ ਪੱਧਰੀ ਗਾਹਕ ਸੇਵਾ ਪ੍ਰਦਾਨ ਕਰਦਾ ਹੈ। ਇਸ ਤੋਂ ਬਾਅਦ ਇਸੇ ਨਾਲ ਹੈ, ਪਰਚੂਨ ਨੇ ਸਾਡੇ ਜੀਵਨ ਦੀ ਨੁਹਾਰ ਅਤੇ ਤਰੀਕਾ ਬਦਲ ਕੇ ਰੱਖ ਦਿੱਤਾ ਹੈ। ਅਸੀਂ ਪੂਰਨ ਤੌਰ ਤੇ ਭੌਤਿਕਵਾਦੀ ਸਮਾਜ ਦਾ ਰੂਪ ਧਾਰਨ ਕਰ ਚੁੱਕੇ ਹਾਂ ਅਤੇ ਇਸ ਵਿੱਚ ਪਰਚੂਨ ਦਾ ਵੀ ਯੋਗਦਾਨ ਹੈ। ਸੂਚਨਾਵਾਂ ਅਤੇ ਚਤੁਰ ਵਿਗਿਆਪਨ ਅਤੇ ਵੇਚਕਾਰੀ ਰਾਹੀਂ ਪਰਚੂਨਕਾਰਾਂ ਨੇ ਆਮ ਅਤੇ ਸਧਾਰਨ ਜਨਤਾ ਵਿੱਚੋਂ ਹੀ ਅਜਿਹੀ ਖਪਤਕਾਰ ਸ਼੍ਰੇਣੀ ਪੈਦਾ ਕਰ ਦਿੱਤੀ ਹੈ ਜਿਹੜੀ ਇਹ ਸੋਚਦੀ ਹੈ ਕਿ ਖੁਸ਼ ਅਤੇ ਸੰਪੂਰਨ ਜ਼ਿੰਦਗੀ ਜਿਉਣ ਲਈ ਉਹਨਾਂ ਕੋਲ ਹਰੇਕ ਵਸਤੂ ਉਪਲਬਧ ਹੋਣੀ ਲਾਜ਼ਮੀ ਹੈ ਅਤੇ ਇਸੇ ਉਦੇਸ਼ ਦੀ ਪੂਰਤੀ ਲਈ ਵਸਤੂਆਂ ਦੀ ਖਰੀਦ ਕੀਤੀ ਜਾਂਦੀ ਹੈ। ਇਹ ਵੀ ਸੱਚ ਹੈ ਕਿ ਅੱਜ ਅਸੀਂ ਕੁਝ ਹੀ ਮਿੰਟਾਂ ਦੇ ਅੰਦਰ ਆਪਣੀ ਪਸੰਦ ਦੀ ਵਸਤੂ ਹਾਸਲ ਕਰ ਸਕਦੇ ਹਾਂ। ਇਸ ਨਾਲ ਵੀ ਪਦਾਰਥਵਾਦ ਨੂੰ ਵਾਧਾ ਅਤੇ ਮਹੱਤਵ ਮਿਲਿਆ ਹੈ। ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਪਰਚੂਨ ਵਿਕਰੀ ਕੇਂਦਰਾਂ ਦੀਆਂ ਕਿਸਮਾਂ ਦੀ। ਉਹਨਾਂ ਦੇ ਵਿੱਚੋਂ ਕੁਝ ਜੋ ਮੁੱਖ ਨੇ ਕਿਸਮਾਂ, ਉਹਨਾਂ ਬਾਰੇ ਅੱਜ ਆਪਾਂ ਗੱਲ ਕਰਾਂਗੇ। ਵੱਖ-ਵੱਖ ਆਕਾਰਾਂ ਦੇ ਸਟੋਰ ਵੱਖ-ਵੱਖ ਪ੍ਰਕਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ ਅਤੇ ਉਹਨਾਂ ਦੀ ਵਿਕਰੀ ਵਿਵਸਥਾ ਕਾਰੋਬਾਰ ਦੇ ਮੌਕੇ, ਵਪਾਰਕ ਮਾਲ ਖਰੀਦ ਨੀਤੀ, ਤਰੱਕੀ ਅਤੇ ਖਰਚ ਕਾਬੂ ਕਰਨ ਦੇ ਉਪਾਅ ਨੂੰ ਪ੍ਰਭਾਵਿਤ ਕਰਦੇ ਹਨ। ਸਭ ਤੋਂ ਪਹਿਲਾਂ ਇਹਦੇ ਵਿੱਚ ਆ ਜਾਂਦਾ ਹੈ ਸਧਾਰਨ ਬਾਜ਼ਾਰ। ਸਧਾਰਨ ਬਾਜ਼ਾਰ ਕੀ ਹੈ? ਇੱਕ ਰਵਾਇਤੀ ਬਾਜ਼ਾਰ ਉਹ ਜਗ੍ਹਾ ਹੁੰਦੀ ਹੈ ਜਿੱਥੇ ਵਪਾਰੀ ਆਪਣੀ ਦੁਕਾਨਾਂ, ਹੱਟੀਆਂ, ਰੇਹੜੀਆਂ ਆਦਿ ਨੂੰ ਲਗਾਉਂਦੇ ਹਨ ਅਤੇ ਗਾਹਕ ਆ ਕੇ ਵਸਤੂਆਂ ਫਰੋਲਦੇ ਨੇ ਅਤੇ ਖਰੀਦਦੇ ਹਨ। ਇੱਥੇ ਵਸਤੂਆਂ ਅਤੇ ਸੇਵਾਵਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਮੰਡੀ ਦਾ ਇਹ ਰੂਪ ਬਹੁਤ ਪੁਰਾਣਾ ਹੈ ਅਤੇ ਸਾਰੀ ਦੁਨੀਆ ਵਿੱਚ ਅਜਿਹੀਆਂ ਅਣਗਿਣਤ ਮੰਡੀਆਂ ਅਤੇ ਬਾਜ਼ਾਰ ਹਾਲੇ ਵੀ ਚੱਲ ਰਹੇ ਹਨ। ਦੂਸਰਾ ਕਿਸਮ ਕਿਹੜੀ ਹੈ? ਛੋਟੀਆਂ ਪਰਿਵਾਰ ਚਲਿਤ ਦੁਕਾਨਾਂ। ਪਰਚੂਨ ਖੇਤਰ ਵਿੱਚ ਅਜਿਹੀਆਂ ਛੋਟੀਆਂ ਸਵੈ ਚਲਿਤ ਅਤੇ ਪਰਿਵਾਰ ਚਲਿਤ ਦੁਕਾਨਾਂ ਬਹੁਤ ਜ਼ਿਆਦਾ ਗਿਣਤੀ ਵਿੱਚ ਹਨ, ਪਰ ਦੁਨੀਆ ਦੇ ਕੁਝ ਇਲਾਕਿਆਂ ਵਿੱਚ ਵੱਡੀਆਂ ਪਰਚੂਨ ਲੜੀਆਂ ਅਜਿਹੀਆਂ ਛੋਟੇ ਕਾਰੋਬਾਰਾਂ ਨੂੰ ਹੜਪ ਕਰ ਰਹੀਆਂ ਹਨ। ਅਗਲੀ ਕਿਸਮ ਹੈ ਵਿਭਾਗੀ ਸਟੋਰ। ਅਜਿਹੇ ਸਟੋਰ ਵਿੱਚ ਭਾਂਤ-ਭਾਂਤ ਵਰਗ ਦੀਆਂ ਖਪਤਕਾਰੀ ਅਤੇ ਹੰਢ ਅਨੁਸਾਰ ਵਸਤੂਆਂ ਦਾ ਸੰਗ੍ਰਹਿ ਰੱਖਿਆ ਜਾਂਦਾ ਹੈ, ਜਿਸ ਵਿੱਚ ਹਰੇਕ ਵਿਭਾਗ ਖਾਸ ਵਸਤੂਆਂ ਦੀ ਪੇਸ਼ਕਾਰੀ ਵਿੱਚ ਸੰਪੰਨ ਹੁੰਦਾ ਹੈ। ਅਜਿਹੇ ਪਰਚੂਨ ਕੇਂਦਰਾਂ ਵਿੱਚ ਵਸਤੂਆਂ ਦੀ ਕੀਮਤ ਦਰਮਿਆਨੀ ਜਿਹੀ ਰੱਖੀ ਜਾਂਦੀ ਹੈ ਅਤੇ ਵੱਧ ਤੋਂ ਵੱਧ ਵਰਗ ਦੀਆਂ ਵਸਤੂਆਂ ਦੀ ਵਿਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਜਿਹੇ ਸਟੋਰ ਗਾਹਕ ਦੀ ਸੇਵਾ ਵੱਲ ਵੀ ਪੂਰਾ ਧਿਆਨ ਦਿੰਦੇ ਹਨ। ਅਗਲੀ ਕਿਸਮ ਹੈ ਛੋਟ ਕੇਂਦਰ। ਅਜਿਹੀਆਂ ਪਰਚੂਨ ਦੁਕਾਨਾਂ ਵਿੱਚ ਮੁਨਾਫੇ ਦੀ ਦਰ ਘੱਟ ਰੱਖ ਕੇ ਵੱਧ ਤੋਂ ਵੱਧ ਸ਼੍ਰੇਣੀ ਦੀਆਂ ਵਸਤੂਆਂ ਵੇਚਣ ਦਾ ਉਪਰਾਲਾ ਕੀਤਾ ਜਾਂਦਾ ਹੈ। ਅਜਿਹੀਆਂ ਦੁਕਾਨਾਂ ਵਿੱਚ ਅਕਸਰ ਸਸਤੀਆਂ ਅਤੇ ਘੱਟ ਪ੍ਰਚਲਿਤ ਖਪਤਕਾਰੀ ਵਸਤੂਆਂ ਉਪਲਬਧ ਹੁੰਦੀਆਂ ਹਨ, ਜਿਨ੍ਹਾਂ ਦੇ ਲਿਖਤੀ ਮੁੱਲ ਤੋਂ ਕਾਫੀ ਡਿਸਕਾਊਂਟ ਦਿੱਤਾ ਜਾਂਦਾ ਹੈ। ਅਗਲੀ ਕਿਸਮ ਹੈ ਵੱਡੇ ਗੁਦਾਮੀ ਕੇਂਦਰ। ਅਜਿਹੇ ਕੇਂਦਰਾਂ ਵਿੱਚ ਅਕਸਰ ਇੱਕ ਕਿਸਮ ਦੀਆਂ ਵਸਤੂਆਂ ਬਹੁ ਗਿਣਤੀ ਵਿੱਚ ਅਤੇ ਘੱਟ ਕੀਮਤ ਤੇ ਉਪਲਬਧ ਹੁੰਦੀਆਂ ਹਨ। ਅਜਿਹੀਆਂ ਵਸਤੂਆਂ ਨੂੰ ਕਰੇਟਾਂ ਜਾਂ ਫੜਾਂ ਤੇ ਜਾਂ ਲੋਹੇ ਦੇ ਖਾਨਿਆਂ ਵਿੱਚ ਭੰਡਾਰ ਕੀਤਾ ਜਾਂਦਾ ਹੈ। ਅਕਸਰ ਅਜਿਹੇ ਸਟੋਰਾਂ ਦੇ ਮੈਂਬਰ ਬਣਨ ਲਈ ਫੀਸ ਵਸੂਲੀ ਜਾਂਦੀ ਹੈ। ਉਸ ਤੋਂ ਬਾਅਦ ਅਗਲਾ ਸਟੋਰ ਹੈ ਬਹੁਭਾਂਤੀ ਕਿਸਮ ਦੇ ਸਟੋਰ। ਇਹ ਸੀਮਿਤ ਚੋਣ ਨਾਲ ਬਹੁਤ ਹੀ ਘੱਟ ਲਾਗਤ ਵਾਲੇ ਮਾਲ ਦੀ ਪੇਸ਼ਕਸ਼ ਕਰਦੇ ਹਨ। ਅਗਲੇ ਸਟੋਰ ਹੈ ਜਨ ਆંકੜਿਆਂ ਤੇ ਆਧਾਰਿਤ ਸਟੋਰ। ਅਜਿਹੇ ਪਰਚੂਨ ਕੇਂਦਰ ਗ੍ਰਾਹਕ ਦੀ ਖਾਸ ਸ਼੍ਰੇਣੀ ਲਈ ਹੁੰਦੇ ਹਨ, ਜਿਵੇਂ ਰੇਹੜੀ ਫੜੀ ਵਾਲੇ ਸਧਾਰਨ ਲੋਕਾਂ ਨੂੰ ਸਮਾਨ ਵੇਚਦੇ ਹਨ, ਅਤੇ ਅਤੀ ਉੱਤਮ ਪਰਚੂਨ ਸਟੋਰ ਅਮੀਰ ਗ੍ਰਾਹਕ ਤੇ ਜ਼ਿਆਦਾ ਧਿਆਨ ਕੇਂਦਰਿਤ ਰੱਖਦੇ ਹਨ। ਅਗਲੇ ਸਟੋਰ ਦੀ ਕਿਸਮ ਹੈ ਮੋਮ ਅਤੇ ਪੌਪ ਸਟੋਰ।
ਇਹ ਇੱਕ ਪਰਚੂਨ ਸਟੋਰ ਹੁੰਦਾ ਹੈ ਜਿਸ ਦੀ ਮਲਕੀਅਤ ਵਿਅਕਤੀਆਂ ਕੋਲ ਹੁੰਦੀ ਹੈ ਅਤੇ ਉਹਨਾਂ ਦੁਆਰਾ ਹੀ ਇਸ ਨੂੰ ਚਲਾਇਆ ਜਾਂਦਾ ਹੈ। ਅਜਿਹੇ ਸਟੋਰ ਸਥਾਨਕ ਪੱਧਰ ਤੇ ਅਕਸਰ ਵਿਅਕਤੀਗਤ ਜਾਂ ਪਰਿਵਾਰਕ ਤੌਰ ਤੇ ਚਲਾਏ ਜਾਂਦੇ ਹਨ। ਵਸਤੂਆਂ ਦੀ ਸੀਮਿਤ ਕਿਸਮ ਘੱਟ ਚੋਣ ਅਤੇ ਗਿਣਤੀ ਵਿੱਚ ਉਪਲਬਧ ਹੁੰਦੀ ਹੈ। ਅਜਿਹੇ ਸਟੋਰਾਂ ਦਾ ਵਰਗ ਫੁੱਟ ਖੇਤਰ ਮਾਲਕ ਦੀ ਯਥਾ ਸ਼ਕਤੀ ਮੁਤਾਬਕ ਹੀ ਹੁੰਦਾ ਹੈ। ਅਗਲੀ ਕਿਸਮ ਹੈ ਵਸਤੂ ਖਾਸੀਅਤ ਦੁਕਾਨਾਂ। ਅਜਿਹੀਆਂ ਦੁਕਾਨਾਂ ਇੱਕ ਹੀ ਵਰਗ, ਵੰਨਗੀ ਜਾਂ ਮਾਰਕੇ ਦੀਆਂ ਵਸਤੂਆਂ ਵੇਚਣ ਵਿੱਚ ਮੁਹਾਰਤ ਰੱਖਦੀਆਂ ਹਨ। ਗ੍ਰਾਹਕ ਨੂੰ ਉੱਤਮ ਦਰਜੇ ਦੀ ਸੇਵਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਦਾਹਰਨ ਵਜੋਂ ਕੁੱਤਿਆਂ ਦੇ ਖਾਣ ਵਾਲਾ ਸਮਾਨ ਵੇਚਣ ਵਾਲੇ ਪੈਟ ਸਟੋਰ ਨੂੰ ਅਸੀਂ ਖਾਸੀਅਤ ਸਟੋਰ ਕਹਿ ਸਕਦੇ ਹਾਂ। ਖਾਸ ਮਾਰਕੇ ਦੀਆਂ ਵਸਤੂਆਂ ਵੇਚਣ ਵਾਲੇ ਸਟੋਰ ਵੀ ਇਸ ਕਿਸਮ ਅਧੀਨ ਆਉਂਦੇ ਹਨ, ਜਿਵੇਂ ਕਿ ਰੀਬੋਕ ਜਾਂ ਗੈਪ ਸਟੋਰ। ਇਹਨਾਂ ਸਟੋਰਾਂ ਵਿੱਚ ਇਸੇ ਮਾਰਕੇ ਦੀਆਂ ਵੱਖ-ਵੱਖ ਵਰਗ ਦੀਆਂ ਵਸਤੂਆਂ ਮਿਲ ਜਾਣਗੀਆਂ, ਜਿਵੇਂ ਕਿ ਸ਼ੂਜ਼, ਕੱਪੜੇ, ਪੈਂਟਾਂ, ਬੈਲਟਾਂ, ਬੈਗ ਆਦਿ। ਅਗਲੀ ਕਿਸਮ ਹੈ ਸਧਾਰਨ ਕਰਿਆਨਾ ਦੁਕਾਨਾਂ। ਅਜਿਹੀਆਂ ਦੁਕਾਨਾਂ ਅਕਸਰ ਨੀਮ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਹੁੰਦੀਆਂ ਹਨ ਅਤੇ ਸਥਾਨਕ ਲੋਕਾਂ ਦੀ ਲੋੜ ਪੂਰਤੀ ਕਰਦੀਆਂ ਹਨ। ਅਗਲੀ ਕਿਸਮ ਹੈ ਸੁਵਿਧਾ ਸਟੋਰ। ਇਹ ਅਕਸਰ ਰਿਹਾਇਸ਼ੀ ਇਲਾਕਿਆਂ ਵਿੱਚ ਖੋਲ੍ਹੇ ਜਾਂਦੇ ਹਨ। ਇੱਥੇ ਰੋਜ਼ਾਨਾ ਜ਼ਰੂਰਤ ਦਾ ਸੀਮਿਤ ਸਮਾਨ ਥੋੜ੍ਹੀ ਉੱਚੀ ਕੀਮਤ ਤੇ ਆਸਾਨੀ ਨਾਲ ਤੁਰੰਤ ਉਪਲਬਧ ਹੋ ਜਾਂਦਾ ਹੈ। ਇਸ ਦਾ ਮੁੱਖ ਲੱਛਣ ਇਹ ਹੈ ਕਿ ਗਾਹਕ ਦੀ ਲੋੜ ਉਸ ਦੇ ਘਰ ਦੇ ਕੋਲ ਹੀ ਪੂਰੀ ਹੋ ਜਾਂਦੀ ਹੈ ਅਤੇ ਉਹਨਾਂ ਦਾ ਸਮਾਂ ਵੀ ਬਚਦਾ ਹੈ। ਅਗਲੀ ਕਿਸਮ ਹੈ ਹਾਈਪਰ ਮਾਰਕੀਟ। ਇੱਥੇ ਉੱਤਮ ਦਰਜੇ ਦੀਆਂ ਵਸਤੂਆਂ ਘੱਟ ਕੀਮਤਾਂ ਅਤੇ ਵੱਡੀ ਮਿਕਦਾਰ ਵਿੱਚ ਮਿਲ ਜਾਂਦੀਆਂ ਹਨ। ਵਸਤੂਆਂ ਦੀਆਂ ਵੰਨਗੀਆਂ ਅਤੇ ਵਰਗ ਕਾਫੀ ਹੁੰਦਾ ਹੈ। ਇਹਨਾਂ ਦੇ ਚਾਲੂ ਖਰਚੇ ਹੋਰ ਪ੍ਰਚੂਨ ਦੁਕਾਨ ਨਾਲੋਂ ਘੱਟ ਹੁੰਦੇ ਹਨ। ਅਗਲੀ ਕਿਸਮ ਹੈ ਸੁਪਰਮਾਰਕੀਟ। ਇਹਨਾਂ ਦਾ ਰਕਬਾ 20,000 ਤੋਂ 40,000 ਵਰਗ ਫੁੱਟ ਤੱਕ ਹੋ ਸਕਦਾ ਹੈ। ਇਹ ਸਵੈ ਸੇਵਾ ਦੇ ਆਧਾਰ ਤੇ ਚਲਾਈਆਂ ਜਾਂਦੀਆਂ ਹਨ। ਜ਼ਿਆਦਾਤਰ ਇਹਨਾਂ ਵਿੱਚ ਕਰਿਆਨਾ, ਰੋਜ਼ਾਨਾ ਵਰਤੋਂ, ਖਾਣ ਪੀਣ ਦਾ ਸਮਾਨ ਅਤੇ ਹੋਰ ਸਸਤੀਆਂ ਵਸਤੂਆਂ ਇੱਥੇ ਉਪਲਬਧ ਹੁੰਦੀਆਂ ਹਨ। ਵਸਤੂਆਂ ਦੀਆਂ ਕੀਮਤਾਂ ਨਿਰਧਾਰਤ ਕਰਨ ਲਈ ਹਾਈ ਲੋ ਜਾਂ EDLP ਨੀਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਅਗਲੀ ਕਿਸਮ ਹੈ ਮਾਲ। ਇੱਕੋ ਜਗ੍ਹਾ ਤੇ ਬਹੁਤ ਸਾਰੀਆਂ ਪ੍ਰਚੂਨ ਇਕਾਈਆਂ ਦੇ ਸੰਗ੍ਰਹਿ ਨੂੰ ਮਾਲ ਜਾਂ ਸ਼ਾਪਿੰਗ ਮਾਲ ਕਿਹਾ ਜਾਂਦਾ ਹੈ। ਇੱਥੇ ਰੋਸ਼ਨੀਆਂ ਦੀ ਚਕਾਚੌਂਧ ਹੁੰਦੀ ਹੈ ਅਤੇ ਖਾਣ ਪੀਣ ਅਤੇ ਮਨੋਰੰਜਨ ਦਾ ਪੂਰਾ ਇੰਤਜ਼ਾਮ ਹੁੰਦਾ ਹੈ। ਜ਼ਿਆਦਾਤਰ ਵਸਤੂਆਂ ਅਮੀਰ ਸ਼੍ਰੇਣੀ ਦੀ ਵਰਤੋਂ ਮੁਤਾਬਕ ਹੁੰਦੀਆਂ ਹਨ। ਅਗਲੀ ਕਿਸਮ ਹੈ ਵੰਨਗੀ ਮਾਹਰ ਸਟੋਰ। ਅਜਿਹੇ ਸਟੋਰ ਇੱਕੋ ਵਰਗ ਜਾਂ ਵੰਨਗੀ ਵਿੱਚ ਕਈ ਭਾਂਤ ਦੀਆਂ ਵਸਤੂਆਂ ਘੱਟ ਮੁੱਲ ਤੇ ਉਪਲਬਧ ਕਰਵਾ ਕੇ ਦੂਸਰੇ ਸਟੋਰਾਂ ਨੂੰ ਮੁਕਾਬਲੇ ਵਿੱਚ ਪਛਾੜ ਦਿੰਦੇ ਹਨ। ਅਜਿਹਾ ਅਕਸਰ ਬਿਜਲਈ ਵਰਗ ਵਿੱਚ ਦੇਖਣ ਨੂੰ ਮਿਲਦਾ ਹੈ। ਇਹ ਉਪਕਰਨ ਦੁਕਾਨਾਂ ਵਿੱਚ ਪ੍ਰਦਰਸ਼ਿਤ ਕੀਤੇ ਜਾਂਦੇ ਹਨ ਅਤੇ ਗਾਹਕਾਂ ਨੂੰ ਜਾਣਕਾਰੀ ਦੇਣ ਲਈ ਵਿਕਰੀ ਸਹਾਇਕ ਉਪਲਬਧ ਹੁੰਦਾ ਹੈ ਅਤੇ ਜ਼ਰੂਰਤ ਅਨੁਸਾਰ ਸਲਾਹ ਮਸ਼ਵਰਾ ਵੀ ਦਿੰਦੇ ਹਨ। ਅਜਿਹੇ ਸਟੋਰਾਂ ਦੀ ਮੌਜੂਦਗੀ ਵਿੱਚ ਲਾਗਲੇ ਸਟੋਰਾਂ ਨੂੰ ਆਪਣੀਆਂ ਵਸਤੂਆਂ ਵੇਚਣ ਲਈ ਕੀਮਤਾਂ ਘਟਾਉਣੀਆਂ ਪੈਂਦੀਆਂ ਹਨ ਅਤੇ ਮੁਨਾਫੇ ਤੋਂ ਹੱਥ ਧੋਣਾ ਪੈਂਦਾ ਹੈ। ਅਜਿਹੇ ਵੱਡੇ ਸਟੋਰਾਂ ਨੂੰ ਵਰਗ ਮਾਰੂ ਸਟੋਰ ਵੀ ਕਿਹਾ ਜਾਂਦਾ ਹੈ। ਇਸ ਤੋਂ ਅਗਲੀ ਕਿਸਮ ਹੈ ਈ-ਟੇਲਰ। ਗਾਹਕ ਘਰ ਬੈਠੇ ਹੀ ਇੰਟਰਨੈਟ ਰਾਹੀਂ ਵਸਤੂਆਂ ਵੇਖ ਕੇ ਆਰਡਰ ਕਰ ਸਕਦੇ ਹਨ ਅਤੇ ਵਸਤੂਆਂ ਗ੍ਰਾਹਕ ਦੇ ਘਰ ਵਿੱਚ ਪਹੁੰਚ ਜਾਂਦੀਆਂ ਹਨ। ਪ੍ਰਚੂਨਕਾਰ ਗ੍ਰਾਹਕ ਦਾ ਨਿਰਦੇਸ਼ ਸਵੀਕਾਰ ਕੇ ਪੈਸਿਆਂ ਦੀ ਪ੍ਰਾਪਤੀ ਕ੍ਰੈਡਿਟ ਕਾਰਡ
ਜਾਂ ਇੰਟਰਨੈਟ ਰਾਹੀਂ ਕਰ ਲੈਂਦਾ ਹੈ, ਉਸ ਦੇ ਉਪਰੰਤ ਵਸਤੂ ਦਾ ਨਿਰਦੇਸ਼ ਅਤੇ ਯੋਗ ਕੀਮਤ ਉਤਪਾਦਕ ਜਾਂ ਥੋਕ ਵਿਕਰੇਤਾ ਨੂੰ ਸੌਂਪ ਦਿੱਤੀ ਜਾਂਦੀ ਹੈ ਅਤੇ ਉਹ ਗ੍ਰਾਹਕ ਦੇ ਦੱਸੇ ਹੋਏ ਪਤੇ 'ਤੇ ਨਿਰਧਾਰਿਤ ਸਮੇਂ ਦੇ ਅੰਦਰ ਵਸਤੂ ਦੀ ਪਹੁੰਚ ਕਰ ਦਿੰਦੇ ਹਨ। ਇਹ ਰੂਪ ਉਹਨਾਂ ਲੋਕਾਂ ਲਈ ਵਧੀਆ ਹੈ ਜੋ ਬਾਜ਼ਾਰ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਅਤੇ ਘਰ ਵਿੱਚ ਹੀ ਬੈਠ ਕੇ ਖਰੀਦਦਾਰੀ ਕਰਨਾ ਚਾਹੁੰਦੇ ਹਨ, ਪਰੰਤੂ ਗ੍ਰਾਹਕ ਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਦੌਰਾਨ ਧੋਖੇਧੜੀ ਅਤੇ ਖਰਾਬ ਵਸਤੂਆਂ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਹੁੰਦੀ ਹੈ। ਅੱਜ ਕੱਲ੍ਹ ਐਮਾਜ਼ੋਨ, ਸਨੈਪਡੀਲ, ਈਬੇ, ਫਲਿੱਪਕਾਰਟ ਆਦਿ ਮਸ਼ਹੂਰ ਈ-ਟੇਲਰਸ ਨੇ ਜੋ ਕਿ ਆਨਲਾਈਨ ਵਸਤੂਆਂ ਵੇਚ ਰਹੇ ਹਨ। ਇਸ ਤੋਂ ਅਗਲੀ ਕਿਸਮ ਹੈ ਵਿਕਰੀ ਮਸ਼ੀਨਾਂ। ਇਹਨਾਂ ਨੂੰ ਵੈਂਡਿੰਗ ਮਸ਼ੀਨ ਵੀ ਕਿਹਾ ਜਾਂਦਾ ਹੈ। ਇਹ ਇੱਕ ਸਵੈ ਚਲਿਤ ਉਪਕਰਨ ਹੁੰਦਾ ਹੈ। ਇਸ ਵਿੱਚ ਪੈਸੇ ਜਾਂ ਕਾਰਡ ਪਾ ਕੇ ਅਸੀਂ ਸੰਬੰਧਿਤ ਵਸਤੂ ਪ੍ਰਾਪਤ ਕਰ ਸਕਦੇ ਹਾਂ। ਉਦਾਹਰਣ ਵਜੋਂ ਪੈਪਸੀ, ਕੋਕ, ਕੌਫੀ, ਨੈਪਕਿਨ ਆਦਿ ਵੇਚਣ ਵਾਲੀਆਂ ਮਸ਼ੀਨਾਂ। ਸੋ ਮੈਂ ਆਸ ਕਰਦਾ ਹਾਂ ਤੁਹਾਨੂੰ ਅੱਜ ਦਾ ਜੋ ਲੈਕਚਰ ਹੈ ਵਧੀਆ ਲੱਗਿਆ ਹੋਵੇਗਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ, ਵੀਡੀਓ ਨੂੰ ਲਾਈਕ ਕਰਨਾ ਤੇ ਅੱਗੇ ਵੱਧ ਤੋਂ ਵੱਧ ਆਪਣੇ ਰਿਟੇਲ ਦੇ ਬੱਚਿਆਂ ਤੱਕ ਇਹ ਲਿੰਕ ਨੂੰ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।